ਤੂੰ ਸਮਰੱਥ ਵੱਡਾ, ਮੇਰੀ ਮਤ ਥੋਰੀ ਰਾਮ। ਪਲ ਹੈ ਅਕਿਰਤ ਕਨਾ, ਪੂਰਨ ਦ੍ਰਿਸ਼ਟ ਤੇਰੀ ਰਾਮ। हे सच्चे पातशाह, आप जी समर्थ हो। आप जी दी बख्शिश किरपा गुरबाणी जिस दी विचार अमल करना आप जी दे बल नाल ही संभव है। सो आप बेअंत बख्शिश कर रहे हो। आप जी दा पवित्र शुद्ध वचन सलोक लालच झूठ विखै व्याध या देही में वास। हर हर अमृत गुरमुख पिया, नानक सुख निवास। हे मेरे मना, पातशाह तेनू तेरी जिहड़ी अंदरली विरती है वो दसदे हन कि उहनू अशुद्ध नू शुद्ध कर। लालच की है, इच्छा है, लालस है माया दी। क्यों झूठ है जिहड़ा लालच करदा। झूठ क्यों है? क्योंकि जिहड़ा लालच कर रहा है वो तो सत स्वरूप है, पर अपने आप नू तू जानदा ही नहीं। इसे करके विखा नाल जुड़ गया। विखा भी माया ही है, ते माया दे विचों भी स्वाद आउंदा है, रस आउंदा है। माया दी इच्छा नहीं करनी, माया लई भुख तीबर नहीं होनी चाहिदी। माया तो सामने ही है, बस वरतन दा ढंग सीखना है। गुरबाणी भी ये गल आखदी है कि आग्याकारी कीनी माया, कि माया तो आग्या विच चलण वाली है। पर हैरानी इस गल दी है कि जीव खुद माया दी आग्या विच चल रहा है। सो झूठ की है? सारा संसार ही झूठ है। गुरबाणी आखदी है कूड़ राजा, कूड़ प्रजा, कूड़ सब संसार। विखै, पातशाह कहंदे विखै जिहड़ी जहर है ये भी एक बुझारत ही है। भी संसार झूठ किवें, ये भी बुझारत है, बुझनी पैंदी है। पातशाह कहंदे विखिया अमृत एक है, बूझै पुरख सुजान। हे मेरे मना, सारी गुरबाणी दे अंदर बुझारत है, और बुझारत भी पातशाह ने विच खोल के दसी है, उन्होंने समझना पैंदा है। सवाल भी ने, सवालों के जवाब भी ने। झूठे संसार विचों सच्चे निराकार नूं समझना है। विखै ते अमृत इकट्ठे ही हन। विखे छड्डनी है, अमृत प्राप्त करना है। उस तो अगे है ब्याद। हुण ब्याद की है? गुरबाणी दे दृष्टिकोण तो ब्याद है कि जिन्नी वस्तु की लोड़ है उन्नी वरतनी है तो जोग है, पर लोड़ तो वध वरतनी ते लोभ करना, भाव जोड़ जोड़ के रखी जाना, ये ब्याद है।
ਕਿਉਂਕਿ ਜਿੰਨੀ ਕੁ ਭਰਮ ਇਹਨੂੰ ਲੈ ਕੇ ਆਇਆ ਇਹ ਸੱਚਖੰਡ ਦੇ ਅੰਦਰੋਂ, ਉਸ ਭਰਮ ਨੂੰ ਖਤਮ ਕਰਨਾ ਹੈ। ਜੇ ਉਹ ਭਰਮ ਹੀ ਨਾ ਖਤਮ ਹੋਇਆ ਤਾਂ ਵਿਆਦ ਤੋਂ ਉਪਾਦ ਬਣ ਜਾਂਦਾ ਹੈ। ਜਿਵੇਂ ਪਾਤਸ਼ਾਹ ਕਹਿੰਦੇ ਆਦ ਵਿਆਦ ਉਪਾਦ ਰਸ ਬਿਨਸੈ ਤੀਨੇ ਤਾਪ। ਇਹ ਰਸ ਨੇ। ਜਦੋਂ ਆਤਮਾ ਸੱਚਖੰਡ ਦੇ ਵਿੱਚੋਂ ਭਵਸਾਗਰ ਵਿੱਚ ਆਈ ਪਹਿਲੀ ਵਾਰੀ, ਉਦੋਂ ਇਹਦੇ ਕੋਲ ਆਦ ਸੀ, ਅੱਧੋ ਅੱਧੀ ਸੀ। ਅੱਧੀ ਕੁ ਸੱਚ ਨਾਲ ਜੁੜੀ ਸੀ, ਅੱਧੀ ਕੁ ਝੂਠ ਨਾਲ। ਉਹ ਆਦ ਤੋਂ ਵਿਆਦ ਬਣ ਗਈ। ਵਿਆਦ ਕੀ ਬਣਿਆ? ਸਰੀਰ ਮਿਲ ਗਿਆ ਮਾਇਆ ਦਾ। ਮਾਇਆ ਦੀ ਚਿੰਤਾ ਵੱਧ ਗਈ, ਸਰੀਰ ਦਾ ਫਿਕਰ ਬਣ ਗਿਆ। ਉਹ ਜਿਹੜੀ ਭਰਮ ਦੀ ਲਕੀਰ ਸੀ ਉਹ ਮਿਟਾਉਣੀ ਸੀ, ਉਹ ਮਿਟਾਉਣ ਦੀ ਬਜਾਏ ਉਹਦਾ ਚੇਤਾ ਹੀ ਭੁੱਲ ਗਿਆ। ਉਸੇ ਨੂੰ ਹੀ ਕਹਿੰਦੇ ਆ, ਗੁਰਬਾਣੀ ਆਖਦੀ ਹੈ ਕਿ ਤੂੰ ਉਹ ਭਰਮ ਦੀ ਜਿਹੜੀ ਲਕੀਰ ਆ ਮਿਟਾਉਣ ਵਾਸਤੇ ਆਇਆ। ਕਿਉਂ ਮਿਟੇ ਦੇ? ਕਿਵ ਸਚਿਆਰਾ ਹੋਈ ਹੈ, ਕਿਵ ਕੂੜ ਹੈ ਟੁੱਟੈ ਪਾਲ। ਉਹ ਜਿਹੜੀ ਕੂੜ ਦੀ ਪਾਲ ਸੀ ਉਹ ਤੋੜਨੀ ਸੀ, ਸੋ ਟੁੱਟੀ ਨਹੀਂ। ਉਸ ਤੋਂ ਫਿਰ ਉਪਾਦ ਬਣ ਗਈ, ਰਸ ਆਉਣ ਲੱਗ ਗਿਆ। ਰਜੋ ਤਮੋ ਸਤੋ, ਤਿੰਨ ਗੁਣ ਨੇ ਸੰਸਾਰੀ ਮਾਇਆ ਦੇ, ਉਹਨਾਂ ਦੇ ਵਿੱਚੋਂ ਰਸ ਆਉਂਦਾ। ਬਿਨਸੇ ਤੀਨੇ ਤਾਪ। ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਤਾਪ ਪੈਦਾ ਹੁੰਦਾ, ਜਿਹੜੀ ਚਿੰਤਾ ਪੈਦਾ ਹੁੰਦੀ ਹੈ। ਉਹ ਚਿੰਤਾ ਨੂੰ ਮਿਟਾਉਣਾ ਹੈ। ਉਹੀ ਗੱਲ ਪਾਤਸ਼ਾਹ ਇੱਥੇ ਕਹਿੰਦੇ ਹੈ ਕਿ ਵਿਆਦ ਹੈ ਕਿ ਜਿੰਨੀ ਕੁ ਲੋੜ ਹੈ ਉਨਾ ਤਾਂ ਵਰਤਣਾ ਹੀ ਹੈ, ਪਰ ਲਾਲਚ ਨਹੀਂ ਕਰਨਾ, ਲੋਭ ਨਹੀਂ ਕਰਨਾ, ਜੋੜ ਕੇ ਨਹੀਂ ਰੱਖਣਾ। ਇਹ ਵਿਆਦ ਹੈ। ਫਿਰ ਇਸ ਵਿੱਚੋਂ ਚਿੰਤਾ ਪੈਦਾ ਹੁੰਦੀ ਹੈ। ਉਹੀ ਚਿੰਤਾ ਫਿਰ ਤਾਪ ਬਣ ਜਾਂਦੀ ਹੈ। ਯਾ ਦੇਹੀ ਮੈਂ ਵਾਸ। ਹੁਣ ਇਹਨਾਂ ਦਾ ਵਾਸਾ ਕਿੱਥੇ ਹੈ? ਉਹ ਦੇਹੀ ਵਿੱਚ ਹੈ। ਹੁਣ ਦੇਹੀ ਕਿਹੜੀ ਹੈ ਇਹ ਵੀ ਸਮਝਣਾ ਬਹੁਤ ਜ਼ਰੂਰੀ ਹੈ। ਅਸੀਂ ਜਦੋਂ ਬਾਹਰ ਸਰੀਰ ਜਿਹੜਾ ਦਿਸਦਾ ਇਸ ਨੂੰ ਦੇਹੀ ਮੰਨਦੇ ਹਾਂ, ਫਿਰ ਜੇ ਇਹ ਵਿਕਾਰ ਇਸ ਦੇਹੀ ਵਿੱਚ ਹਨ ਫਿਰ ਤਾਂ ਸੌਖਾ ਹੀ ਹੈ ਇਹਨਾਂ ਨੂੰ ਕੱਢਣਾ। ਜਾਂ ਜਦੋਂ ਸਰੀਰ ਨੂੰ ਆਤਮਾ ਛੱਡ ਕੇ ਚਲੇ ਜਾਵੇਗੀ ਤਾਂ ਇਹ ਦੇਹੀ ਤਾਂ ਇੱਥੇ ਹੀ ਰਹਿ ਜਾਵੇਗੀ, ਸਾੜੀ ਜਾਵੇਗੀ ਜਾਂ ਦੱਬੀ ਜਾਵੇਗੀ ਜਾਂ ਪਾਣੀ ਦੇ ਵਿੱਚ ਪ੍ਰਵਾਹ ਕਰ ਦਿੱਤੀ ਜਾਵੇਗੀ ਜਾਂ ਕੋਈ ਹੋਰ ਸਾਧਨ ਵਰਤ ਲਿਆ ਜਾਵੇਗਾ। ਜੇ ਲਾਲਚ ਝੂਠ ਵਿਖੇ ਵਿਆਦ ਇਸ ਦੇਹੀ ਵਿੱਚ ਹਨ, ਫਿਰ ਤਾਂ ਦੇਹੀ ਵੀ ਇੱਥੇ ਰਹਿ ਗਈ ਤੇ ਵਿਕਾਰ ਵੀ ਇੱਥੇ ਹੀ ਰਹਿ ਗਏ। ਫਿਰ ਇਸ ਦੇਹੀ ਨਾਲ ਕੀਤੇ ਹੋਏ ਚੰਗੇ ਕੰਮ ਵੀ ਇੱਥੇ ਹੀ ਰਹਿ ਗਏ ਤੇ ਮਾੜੇ ਵੀ ਇੱਥੇ ਹੀ ਰਹਿ ਗਏ, ਕਿਉਂਕਿ ਉਹ ਵੀ ਤਾਂ ਦੇਹੀ ਨਾਲ ਹੀ ਕੀਤੇ ਹੋਏ ਹਨ। ਫਿਰ ਤਾਂ ਗੁਰਬਾਣੀ ਦੀ ਵਿਚਾਰਧਾਰਾ ਹੀ ਰੱਦ ਹੋ ਜਾਵੇਗੀ, ਕਿਉਂਕਿ ਗੁਰਬਾਣੀ ਤਾਂ ਕਹਿੰਦੀ ਹੈ ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਗੁਰਬਾਣੀ ਤਾਂ ਆਖਦੀ ਹੈ ਲੋਕ ਸੁਖੀਏ ਪਰਲੋਕ ਸੁਹੇਲੇ, ਅੰਤ ਨਵੇਰਾ ਤੇਰੇ ਜੀ ਪਹਿ ਲੀਜੈ। ਗੁਰਬਾਣੀ ਤਾਂ ਆਖਦੀ ਹੈ ਮਤ ਸ਼ਰਵਿੰਦਾ ਥੀਵੀ, ਸਾਈਂ ਦੇ ਦਰਬਾਰ। ਆਦ ਬੇਅੰਤ ਬਚਨ ਹਨ ਗੁਰਬਾਣੀ ਦੇ ਅੰਦਰ। ਸੋ ਅਸਲ ਵਿੱਚ ਜਿਸ ਨੂੰ ਅਸੀਂ ਦੇਹੀ ਮੰਨਦੇ ਹਾਂ ਉਸ ਨੂੰ ਗੁਰਬਾਣੀ ਕੱਪੜਾ ਆਖਦੀ ਹੈ। ਜਿਵੇਂ ਪਾਤਸ਼ਾਹ ਆਸਾ ਦੀ ਵਾਰ ਵਿੱਚ ਆਖਦੇ ਹਨ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵ। ਇਸੇ ਕਰਕੇ ਹੀ ਮੇਰੇ ਮਨਾ ਗੁਰਬਾਣੀ ਬੁਝਾਰਤ ਹੈ। ਅਸੀਂ ਕੁਝ ਹੋਰ ਮੰਨਦੇ ਹਾਂ, ਗੁਰਬਾਣੀ ਵਾ ਸੱਚਖੰਡ ਕੁਝ ਹੋਰ ਮੰਨਦਾ ਹੈ। ਇਸੇ ਕਰਕੇ ਸਾਡਾ ਤਾਲਮੇਲ ਨਹੀਂ ਬੈਠਦਾ। ਇਹੀ ਗੱਲ ਨੂੰ ਮੁੱਖ ਰੱਖ ਕੇ ਹੀ ਪਾਤਸ਼ਾਹ ਨੇ ਆਖਿਆ ਸੀ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਸੋ ਦੇਹੀ ਮੈਂ ਵਾਸ
ਦਾ ਅਰਥ ਫਿਰ ਆਪਾਂ ਗੁਰਬਾਣੀ ਤੋਂ ਪੁੱਛਦੇ ਹਾਂ ਵੀ ਤੁਸੀਂ ਦੱਸੋ ਵੀ ਕਿਹੜੀ ਦੇਹੀ ਦੀ ਤੁਸੀਂ ਗੱਲ ਕਰਦੇ ਹੋ। ਫਿਰ ਗੁਰਬਾਣੀ 'ਚ ਪਾਤਸ਼ਾਹ ਕਹਿੰਦੇ ਆ ਦੇਹੀ ਗੁਪਤ ਬਦੇਹੀ ਦੀਸੈ, ਕਿ ਜਿਹੜੀ ਦੇਹੀ ਹੈ ਉਹ ਤਾਂ ਗੁਪਤ ਹੈ, ਬਦੇਹੀ ਦੀਸੈ ਇਹ ਬਦੇਹੀ ਹੈ। ਜਿਹੜੀ ਦਿਸਦੀ ਹੈ ਇਸ ਨੂੰ ਸੱਚਖੰਡ ਵਾਕ ਗੁਰਬਾਣੀ ਬਦੇਹੀ ਮੰਨਦੀ ਹੈ, ਨਾ ਕਿ ਦੇਹੀ। ਫਿਰ ਦੇਹੀ ਕਿਹੜੀ ਹੈ? ਗੁਰਬਾਣੀ 'ਚ ਪਾਤਸ਼ਾਹ ਕਹਿੰਦੇ ਏ ਮਨ ਦੇਹੀ ਸੋਧ ਕਹਿ ਤੂੰ ਗੁਰ ਸ਼ਬਦ ਵਿਚਾਰ। ਹੁਣ ਇੱਥੇ ਸਿੱਧਾ ਹੀ ਲਿਖਤਾ ਇਹ ਮਨ ਦੇਹੀ ਹੈ, ਮਨ ਹੀ ਦੇਹੀ ਹੈ, ਮਨ ਹੀ ਦੇਹੁਰਾ ਹੈ। ਫੇਰ ਦਿਆ ਦੇਹੁਰਾ ਨਾਮੇ ਕੋ, ਉਹ ਵੀ ਮਨ ਹੀ ਘੁੰਮਦਾ ਹੈ। ਉਹੀ ਚੀਜ਼ ਪਾਤਸ਼ਾਹ ਇੱਥੇ ਕਹਿੰਦੇ ਇਹ ਮਨ ਦੇਹੀ ਸੋਧ ਕੈ। ਹੁਣ ਸੋਧਣਾ ਮਨ ਨੂੰ ਹੈ, ਇਹਦਾ ਮਤਲਬ ਇਹ ਚੀਜ਼ ਮਨ 'ਚ ਨੇ, ਲਾਲਚ ਝੂਠ ਵਿਖੇ ਵਿਆਦ ਇਹ ਮਨ ਦੇ ਅੰਦਰ ਨੇ। ਮਨ ਦਾ ਜਿਹੜਾ ਮੂਲ ਹੈ ਉਹਨੂੰ ਲਾਲਚ ਪਿਆ ਹੋਇਆ, ਉਹਦੇ ਅੰਦਰ ਝੂਠ ਬੋਲਣ ਦੀ ਵਾਦੀ ਹੈ, ਉਹਦੇ ਅੰਦਰ ਮਾਇਆ ਦੀ ਭੁੱਖ ਹੈ, ਉਹਦੇ ਅੰਦਰ ਵਿਆਦ ਹੈ। ਸਰੀਰ ਦੇ ਅੰਦਰ ਨਹੀਂ, ਜਿਹੜਾ ਬਾਹਰਲਾ ਕੱਪੜਾ, ਕੱਪੜੇ 'ਚ ਨਹੀਂ ਕੁਛ ਵੀ ਹੈ। ਕੱਪੜੇ ਦੇ ਵਿੱਚ ਕੀ ਹੈ? ਖੂਨ, ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ। ਜਿਹੜਾ ਵਿੱਚ ਪੰਖੀ ਹੈ ਅਸਲ ਵਿੱਚ ਦੋਸ਼ ਉਹਦੇ ਵਿੱਚ ਨੇ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਉਹ ਜਿਹੜਾ ਨਾਮ ਆ ਉਸ ਦੇਹੀ ਦੇ ਅੰਦਰ ਹੈ, ਉਹ ਚੇਤਨ ਦੇਹੀ ਹੈ। ਇਹ ਤਾਂ ਜੜ ਹੈ, ਇਹ ਤਾਂ ਉਹਦੇ ਚਲਾਇਆਂ ਚੱਲਦੀ ਹੈ। ਜਦੋਂ ਉਹ ਇਹ ਸਰੀਰ ਨੂੰ ਛੱਡ ਜਾਂਦਾ ਫਿਰ ਤੇ ਕੁਝ ਵੀ ਨਹੀਂ ਕਰ ਸਕਦਾ। ਸੋ ਇੱਥੋਂ ਇਹ ਗੱਲ ਪੱਕੀ ਹੈ ਮੇਰੇ ਮਨਾਂ ਸਿੱਧ ਹੋ ਜਾਂਦੀ ਹੈ ਕਿ ਜਿਹੜੀ ਦੇਹੀ ਹੈ ਉਹ ਆਤਮਨ ਮਨ ਹੀ ਹੈ। ਮਨ ਨੇ ਕੱਪੜਾ ਪਹਿਰਿਆ ਹੋਇਆ ਬਾਹਰਲੀ ਦੇਹੀ। ਸੋ ਦੇਹੀ ਭਾਵ ਹੈ ਮਨ, ਤੇ ਮਨ ਦੇ ਵਿੱਚ ਕੀ ਹੈ? ਲਾਲਚ, ਝੂਠ, ਵਿਖੇ, ਵਿਆਦ। ਸੋ ਪਾਤਸ਼ਾਹ ਕਹਿੰਦੇ ਇਹ ਮਨ ਦੇਹੀ ਸੋਧ ਕਹਿ, ਇਸ ਮਨ ਰੂਪੀ ਦੇਹੀ ਨੂੰ ਸੋਧਣਾ ਹੈ, ਭਾਵ ਸ਼ੁੱਧ ਕਰਨਾ ਹੈ। ਬਾਹਰਲੇ ਸਰੀਰ ਵਿੱਚ ਤਾਂ ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ। ਸੋ ਦੇਹੀ ਮਨ ਹੈ, ਇੱਥੋਂ ਗੱਲ ਸਪਸ਼ਟ ਹੋ ਗਈ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਹਾਰੇ ਹਾਰੇ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੂਖ ਨਿਵਾਸ। ਸੋ ਮਨ ਰੂਪੀ ਦੇਹੀ ਵਿੱਚ ਬੈਠਾ ਹੈ ਉਹ ਜਿਹਨੂੰ ਇਹ ਬਿਮਾਰੀਆਂ ਨੇ। ਹੁਣ ਉਹਦੀ ਬਿਮਾਰੀ ਦੂਰ ਕਿਵੇਂ ਹੋਊਗੀ? ਉਹਨੂੰ ਅੰਮ੍ਰਿਤ ਪੀਣਾ ਪਊਗਾ। ਅਸਲ ਵਿੱਚ ਮਨ ਦੇਹੀ ਵਿੱਚ ਵੀ ਕੋਈ ਬੈਠਾ ਹੈ, ਮਨ ਦੇ ਅੰਦਰ ਵੀ ਕੋਈ ਬੈਠਾ ਹੈ। ਜਿਵੇਂ ਇਹ ਸਰੀਰ ਦੇ ਅੰਦਰ ਮਨ ਹੈ ਤੇ ਮਨ ਦੇ ਅੰਦਰ ਵੀ ਕੋਈ ਹੈ। ਮਨ ਮਹਿ ਆਪ ਮਨ ਆਪਣੇ ਮਾਹੇ। ਉਹ ਮਨ ਦਾ ਮੂਲ ਹੈ, ਉਹ ਹੈ ਪ੍ਰਾਤਮਾ। ਜਿਵੇਂ ਅਸੀਂ ਬਾਹਰਲੇ ਸਰੀਰ ਦੁਆਰਾ ਰੋਟੀ ਚਾਹ ਪਾਣੀ ਆਦਿ ਖਾਂਦੇ ਪੀਂਦੇ ਹਾਂ ਤਾਂ ਸਰੀਰ ਠੀਕ ਰਹਿੰਦਾ ਜਿਹੜਾ ਬਾਹਰ ਦਿਸਦਾ, ਤੇ ਜਾਂ ਬਿਮਾਰ ਹੁੰਦਾ ਰਹਿੰਦਾ। ਇਸੇ ਤਰ੍ਹਾਂ ਹੀ ਮਨ ਦੇ ਵਿੱਚ ਬੈਠਾ ਪ੍ਰਾਤਮਾ ਵੀ ਕੁਝ ਖਾਂਦਾ ਪੀਂਦਾ ਹੈ, ਜਿਹਦੀ ਗੱਲ ਗੁਰਬਾਣੀ ਆਖਦੀ ਹੈ ਬ੍ਰਹਮ ਗਿਆਨੀ ਕੈ ਭੋਜਨ ਗਿਆਨ, ਹਰ ਨਾਮ ਭੋਜਨ ਖਾਇਆ, ਸਤ ਨਾਮ ਹਰ ਭੋਗ ਤੁਹਾਰੇ। ਪਰ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਅੰਦਰਲੇ ਮਨ ਰੂਪੀ ਦੇਹੀ ਨੂੰ ਵੀ ਰੋਗ ਲੱਗਦੇ। ਉਹ ਦੇਹੀ ਨੂੰ ਕਿਹੜਾ ਰੋਗ ਲੱਗਦਾ? ਹਉਮੈ ਦਾ, ਲਾਲਚ ਦਾ, ਝੂਠ ਦਾ, ਵਿਖੇ ਦਾ, ਵਿਆਦ ਦਾ। ਉਹ ਕਿਵੇਂ ਲੱਗ ਜਾਂਦਾ? ਜਦੋਂ ਗਿਆਨ ਗਲਤ ਲਿਆ ਜਾਂਦਾ, ਖੁਰਾਕ ਗਲਤ ਖਾਧੀ ਜਾਂਦੀ ਹੈ। ਜੇ ਗਿਆਨ ਸਹੀ ਮਿਲਿਆ ਤਾਂ ਤੰਦਰੁਸਤ ਹੈ, ਜੇ ਗਲਤ ਮਿਲ ਗਿਆ ਤਾਂ ਬਿਮਾਰ ਹੈ। ਮਾਇਆ ਦਾ ਗਿਆਨ ਬਿਮਾਰ ਕਰਦਾ, ਲਾਲਚ ਪੈਦਾ ਕਰਦਾ, ਝੂਠ ਬੋਲਣ ਲਈ ਮਜਬੂਰ ਕਰਦਾ, ਵਿਖੇ ਬਿਨਾਂ ਸਰਦਾ ਨਹੀਂ, ਵਿਆਹ ਨਾਲ ਚਿੰਤਾ ਵੱਧਦੀ ਜਾਂਦੀ ਹੈ। ਤੇ ਜੇ ਗਿਆਨ ਸਹੀ ਮਿਲ ਗਿਆ ਤਾਂ ਤਾਕਤ ਵੱਧਦੀ ਹੈ, ਸੱਚ ਬੋਲਣ ਦਾ ਬਲ ਆ ਜਾਂਦਾ, ਸਾਰੀ ਮਾਇਆ ਨੂੰ ਅਧੀਨ ਕਰ ਲੈਂਦਾ। ਮਾਇਆ ਦਾਸੀ ਭਗਤਾਂ ਕੇਰੀ। ਮਾਇਆ ਪੈਸਾ ਹੀ ਨਹੀਂ, ਜੋ ਵੀ ਦਿਸਦਾ ਉਹ ਸਭ ਮਾਇਆ ਹੈ। ਮਨ ਜੀਤੈ ਜਗ ਜੀਤ। ਸੋ ਮਨ ਨੂੰ ਜਿੱਤ ਲੈਂਦਾ।
ਸੋ ਹਰ ਹਰ ਅੰਮ੍ਰਿਤ ਗੁਰਮੁਖ ਪੀਆ। ਹਰ ਕੀ ਹੈ ਹੁਕਮ, ਹਰ ਅੰਮ੍ਰਿਤ ਕੀ ਹੈ ਗੁਰਬਾਣੀ ਦੀ ਸੋਝੀ। ਗੁਰਮੁਖ ਕੌਣ ਹੈ? ਜਿਹਦੇ ਕੋਲ ਸੋਝੀ ਹੈ, ਜਿਹੜਾ ਗਿਆਨ ਪ੍ਰਾਪਤ ਕਰ ਰਿਹਾ ਹੈ, ਲਾਲਚ ਝੂਠ ਵਿਖੇ ਵਿਆਦ ਨੂੰ ਛੱਡ ਰਿਹਾ ਹੈ। ਮੁੱਖ ਹੁੰਦਾ ਸੁਰਤ ਬੁੱਧੀ ਮਨ, ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰ ਰਿਹਾ ਤੇ ਲਾਲਚ ਝੂਠ ਵਿਖੇ ਵਿਆਦ ਨੂੰ ਖਤਮ ਕਰਦਾ। ਪੀਆ ਹੁੰਦਾ ਭਾਵ ਕੇ ਲੈ ਰਿਹਾ। ਸੋ ਨਾਨਕ ਸੂਖ ਨਿਵਾਸ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ ਇਸ ਤਰ੍ਹਾਂ ਠੀਕ ਹੋ ਕੇ ਸੂਖ ਹੁੰਦਾ ਹੁਕਮ, ਹੁਕਮ ਦੇ ਵਿੱਚ ਨਿਵਾਸ ਹੋ ਜਾਂਦਾ, ਸਮਾ ਜਾਂਦਾ, ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਪੌੜੀ, ਲੱਲਾ ਲਾਵੋ ਔਖਦ ਜਾਹੂ। ਭਾਵ ਕੀ ਹੁਣ ਮੇਰੇ ਮਨਾ, ਜਿਹੜਾ ਤੂੰ ਪਹਿਲਾਂ ਲਾਲਚ ਝੂਠ ਵਿਖੇ ਵਿਆਦ ਕਰਦਾ ਸੀ ਤਾਂ ਬਿਮਾਰ ਸੀ, ਭਾਵ ਗਿਆਨ ਗਲਤ ਲੈ ਰਿਹਾ ਸੀ। ਗਿਆਨ ਹੁਣ ਵੀ ਲੈਣਾ, ਬਸ ਸੱਚ ਦਾ ਗਿਆਨ ਲੈਣਾ ਜਿਸ ਨਾਲ ਠੀਕ ਹੋ ਸਕੇ। ਸੋ ਇਸੇ ਕਰਕੇ ਲੱਲਾ ਲਾਵੋ। ਹੁਣ ਕੀ ਕਰਨਾ? ਭਾਵ ਲਾਲਚ ਮਨ ਨੂੰ ਹੁਣ ਸੱਚ ਦੇ ਗਿਆਨ ਦਾ ਦੇਣਾ। ਜਿਵੇਂ 10ਵੇਂ ਪਾਤਸ਼ਾਹ ਵੀ ਕਹਿੰਦੇ ਆ, ਲਾਲਚ ਹੋਂ ਤੋ ਗੁਣ ਉਚਰੋ। ਲਾਲਚ ਹੁਣ ਵੀ ਕਰਨਾ, ਹੁਣ ਗੁਣਾਂ ਦਾ ਕਰਨਾ ਵੀ। ਸਮਾਂ ਬਹੁਤ ਥੋੜ੍ਹਾ ਹੈ, ਛੇਤੀ ਛੇਤੀ ਜੀਵਨ ਸਫਲ ਹੋ ਜਾਵੇ। ਲੱਲਾ ਲਾਵੋ ਔਖਦ ਜਾਹੂ, ਭਾਵ ਆਪਣੀ ਸੁਰਤ ਨੂੰ ਲਾਲਚ ਵਿੱਚ ਲਾਉਣਾ। ਲਾਲਚ ਨੇ ਹੀ ਔਖਦ ਦਵਾਈ ਵੱਲ ਨੂੰ ਜਾਣਾ। ਜਿਵੇਂ ਪਾਤਸ਼ਾਹ ਕਹਿੰਦੇ, ਜਿਸ ਤੂੰ ਜਾਣਾ ਹੈ ਸੋਈ ਜਨ ਜਾਣਾ। ਭਾਵ ਜੇ ਸੁਰਤ ਸੱਚ ਦੇ ਗਿਆਨ ਦੀ ਇੱਛਾ ਕਰੂ ਤਾਂ ਸੱਚ ਦਾ ਗਿਆਨ ਵੀ ਮਿਲੂ। ਦੁੱਖ ਦਰਦ ਤੈ ਮਿਟੈ ਖਿਨਾਹੂ। ਦੁੱਖ ਹੁੰਦਾ ਹਉਮੈ, ਦਰਦ ਹੁੰਦੀ ਹੈ ਚਿੰਤਾ, ਤਹਿ ਹੁੰਦਾ ਹਿਰਦਾ, ਮਿਟੈ ਹੁੰਦਾ ਖਤਮ। ਖਿਨਾਹੂ ਭਾਵ ਖਿਨ ਵਿੱਚ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਸੋ ਭਾਵ ਇਸ ਪੰਕਤੀ ਦਾ ਕਿ ਜੇ ਅਸੀਂ ਨਾਮ ਦਾ ਲਾਲਚ ਕਰਨ ਲੱਗ ਜਾਈਏ ਤਾਂ ਹਉਮੈ ਦਾ ਜਿਹੜਾ ਦੁੱਖ ਦਰਦ ਹੈ, ਜੋ ਚਿੰਤਾ ਹਨ, ਮਨ ਵਿੱਚੋਂ ਖਤਮ ਹੋ ਜਾਣਗੀਆਂ। ਦੇਖੋ ਹਾਲੇ ਦਵਾਈ ਮਿਲੀ ਹੈ, ਦੇਖੋ ਹਾਲੇ ਦਵਾਈ ਮਿਲੀ ਨਹੀਂ ਹੈਗੀ। ਭਾਵ ਜਦੋਂ ਅਸੀਂ ਡਾਕਟਰ ਕੋਲ ਜਾ ਕੇ ਬਿਮਾਰੀ ਦੱਸਾਂਗੇ ਤਾਂ ਡਾਕਟਰ ਉਸ ਬਿਮਾਰੀ ਨੂੰ ਜਾਣ ਲੈਂਦਾ ਤੇ ਦਵਾਈ ਲਿਖ ਕੇ ਲੈਟਰ ਪੈਡ ਤੇ ਦਿੰਦਾ, ਤਾਂ ਸਾਨੂੰ ਹੌਸਲਾ ਹੋ ਜਾਂਦਾ ਕਿ ਹੁਣ ਮੈਂ ਠੀਕ ਹੋ ਜਾਵਾਂਗਾ, ਕਿ ਦਵਾਈ ਦਾ ਪਤਾ ਲੱਗ ਗਿਆ, ਫਿਰ ਲਵੋ ਦਵਾਈ। ਸੋ ਇਸੇ ਤਰ੍ਹਾਂ ਹੀ ਮਨ ਦੀ ਹਾਲਤ ਹੁੰਦੀ ਹੈ ਜਦੋਂ ਗੁਰਬਾਣੀ ਦਵਾਈ ਜਿਹੜੀ ਦੱਸੀ ਹੈ ਡਾਕਟਰ ਬਾ ਪਰਮੇਸ਼ਰ ਜੀ ਨੇ, ਬਸ ਅਸੀਂ ਲੈਣੀ ਹੈ। ਨਾਮ ਔਖਦ ਜੈ ਹਿਰਦੇ ਹਿਤਾਵੈ, ਤਾਹੇ ਰੋਗ ਸੁਪਨੇ ਨਹੀਂ ਆਵੈ। ਹੁਣ ਨਾਮ ਔਖਦ ਕੀ ਹੈ? ਨਾਮ ਕੀ ਹੈ? ਹੁਕਮ। ਹੁਕਮ ਹੀ ਦਵਾਈ ਹੈ। ਜਹ ਜਿਹੜੀ ਹਿਰਦੇ ਹੁੰਦਾ ਹਿਰਦਾ, ਸੁਰਤ ਮਨ, ਹਿਤ ਆਵੇ ਉਹਦੇ ਭਲੇ ਲਈ ਆਵੇ। ਜਿਵੇਂ ਪਾਤਸ਼ਾਹ ਕਹਿੰਦੇ, ਸਰਬ ਰੋਗ ਕਾ ਔਖਦ ਨਾਮ, ਸੰਸਾਰ ਰੋਗੀ ਨਾਮ ਦਾਰੂ। ਸੋ ਨਾਮ ਔਖਦ ਹੈ, ਦਵਾਈ ਹੈ, ਹੁਕਮ ਹੈ, ਬੁੱਝਣ ਤੇ ਹੀ ਸਮਝ ਪੈਂਦੀ ਹੈ। ਜਿਵੇਂ ਡਾਕਟਰ ਨੇ ਲਿਖ ਕੇ ਦਿੱਤੀ ਲੈਟਰ ਪੈਡ ਤੇ ਦਵਾਈ, ਦਵਾਈ ਹੋਰ ਹੈ, ਲਿਖਤ ਹੋਰ ਹੈ। ਬਸ ਇਸੇ ਤਰ੍ਹਾਂ ਮਨਾ ਗੁਰਬਾਣੀ ਲਿਖੀ ਹੈ, ਦਵਾਈ ਹੋਰ ਹੈ, ਉਹ ਨਾਮ ਹੈ। ਨਾਮ ਕੀ ਹੈ? ਹੁਕਮ ਹੈ, ਉਹਦੀ ਰਜਾ ਹੈ, ਉਹਦਾ ਭਾਣਾ ਹੈ। ਇਸ ਨੂੰ ਲੈ ਕੇ ਵਰਤਣਾ, ਭਾਵ ਕੇ ਚੱਲਣਾ। ਮਨ ਮੇਰੇ ਗੁਰ ਕੇ ਭਾਣੇ ਵਿੱਚ ਚੱਲ। ਸੋ ਇਹ ਹੁਕਮ ਹੈ, ਹੇ ਮੇਰੇ ਮਨਾ, ਤੇਰੇ ਵਾਸਤੇ, ਤੇਰੇ ਹਿੱਤ ਲਈ ਆਇਆ ਹੋਇਆ ਕਿ ਤੂੰ ਠੀਕ ਹੋ ਕੇ ਸੰਸਾਰ ਰੂਪੀ ਹਸਪਤਾਲ ਦੇ ਵਿੱਚੋਂ ਆਪਣੇ ਨਿੱਜ ਘਰ ਸੱਚਖੰਡ ਵਾਪਸ ਜਾ ਸਕੇ। ਸੋ ਤਾਹੇ ਰੋਗ ਸੁਪਨੇ ਨਹੀਂ ਆਵੇ, ਭਾਵ
ਤਾਂ ਫਿਰ ਇਹ ਰੋਗ ਹਉਮੈ ਵਾਲਾ ਸੁਪਨੇ ਨਹੀਂ ਆਵੇ। ਭਾਵ ਸੁਰਤ ਵਿੱਚ ਭਰਮ ਨਹੀਂ ਆਵੇਗਾ, ਸੁਰਤ ਜਾਗ ਜਾਵੇਗੀ। ਜਨਮ ਜਨਮ ਕੀ ਸੋਈ ਜਾਗੀ। ਸੁੱਤੇ ਪਏ ਤਾਂ ਸੁਪਨਾ ਆਉਂਦਾ ਹੈ। ਇਸੇ ਕਰਕੇ ਗੁਰਬਾਣੀ ਆਖਦੀ ਹੈ, ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਾਹੇ ਗਾਫਲ ਸੋਇਆ। ਜੈਸਾ ਸੁਪਨਾ ਰਹਿਣ ਕਾ ਤੈਸੋ ਹੈ ਸੰਸਾਰ। ਭਾਵ ਸੰਸਾਰ ਵਿੱਚੋਂ ਸੱਚ ਦੀ ਸੋਝੀ ਹੋ ਜਾਵੇਗੀ, ਸੁਰਤ ਜਾਗ ਜਾਵੇਗੀ, ਸੁਪਨਾ ਟੁੱਟ ਜਾਵੇਗਾ, ਫਿਰ ਦੁਬਾਰਾ ਨੀਂਦ ਨਹੀਂ ਆਵੇਗੀ। ਗੁਰਮੁਖ ਜਾਗੈ ਨੀਂਦ ਨਾ ਸੋਵੈ, ਨੀਂਦ ਆਊ ਤਾਂ ਸੁਪਨਾ ਆਊ। ਭਾਵ ਕਿ ਨਾਮ ਦੀ ਪ੍ਰਾਪਤੀ ਹੋਣ ਨਾਲ ਹਉਮੈ ਬੜਾ ਰੋਗ ਹੈ ਜਿਹੜਾ ਉਹ ਖਤਮ ਹੋ ਜਾਂਦਾ ਹੈ। ਹਰ ਔਖਦ ਸਭ ਘਟ ਹੈ ਭਾਈ, ਗੁਰ ਪੂਰੇ ਬਿਨ ਵਿਧ ਨਾ ਬਣਾਈ। ਜਿਹੜੀ ਹਰ ਔਖਦ ਹੈ, ਨਾਮ ਦੀ ਦਵਾਈ ਹੈ, ਉਹ ਸਭ ਘਟ ਹੁਣ ਸਾਰਿਆਂ ਦੇ ਹਿਰਦੇ ਵਿੱਚ ਹੈ। ਇਹ ਦਵਾਈ ਜੋ ਨਾਮ ਸਾਰੇ ਘਟ ਵਿੱਚ ਹੈ, ਤੇ ਕਿਵੇਂ ਹੈ? ਜਿਵੇਂ ਡਾਕਟਰ ਨੇ ਦਵਾਈ ਲਿਖ ਕੇ ਦਿੱਤੀ ਤੇ ਮਿਲੀ ਮੈਡੀਕਲ ਸਟੋਰ ਤੋਂ, ਸੋ ਬਸ ਇਸੇ ਤਰ੍ਹਾਂ ਹੀ ਹੈ। ਗੁਰਬਾਣੀ ਭਗਤਾਂ ਨੇ ਲਿਖ ਕੇ ਦਿੱਤੀ ਹੈ, ਮਿਲਦੀ ਬਾਣੀ ਹਿਰਦੇ ਰੂਪੀ ਸਟੋਰ ਚੋਂ ਹੈ। ਇਹ ਗੁਰਬਾਣੀ ਹੈ, ਉਹ ਬਾਣੀ ਹੈ। ਬਸ ਫਰਕ ਇੰਨਾ ਹੀ ਹੈ, ਦਵਾਈ ਲਿਖੀ ਸਾਡੇ ਕੋਲ ਤਾਂ ਹੈ, ਪਰ ਅਸੀਂ ਸਟੋਰ ਤੇ ਨਹੀਂ ਜਾਂਦੇ, ਤੇ ਤਾਂ ਹੀ ਸਾਡਾ ਹਉਮੈ ਬੜਾ ਰੋਗ ਠੀਕ ਨਹੀਂ ਹੁੰਦਾ। ਤੇ ਸਾਡੀ ਹਾਲਤ ਕੀ ਹੈ? ਨੀਮ ਹਕੀਮ ਖਤਰ ਜਾਨ। ਅਸੀਂ ਹੋਰਾਂ ਕੋਲੋਂ ਹੀ ਫਿਰਦੇ ਰਹਿੰਦੇ ਹਾਂ, ਨਕਲੀ ਦਵਾਈ ਖਾਂਦੇ ਹਾਂ, ਰੋਗ ਹਟਦਾ ਨਹੀਂ। ਭਰਮ ਇੰਨਾ ਜ਼ਿਆਦਾ ਵੱਧ ਗਿਆ ਕਿ ਚਲੋ ਦਵਾਈ ਖਾਈ ਚਲੋ, ਕਦੇ ਤਾਂ ਰੋਗ ਹਟੂ। ਰੋਗ ਹਟਦਾ ਨਹੀਂ, ਹੌਲੀ ਹੌਲੀ ਆ ਜਿਹੜਾ ਬਾਹਰਲਾ ਸਰੀਰ ਹੈ ਇਹ ਵੀ ਖਤਮ ਹੋ ਜਾਂਦਾ ਹੈ। ਪਰ ਅਸੀਂ ਇਹ ਨਹੀਂ ਮੰਨਦੇ ਕਿ ਦਵਾਈ ਗਲਤ ਖਾਂਦੇ ਹਾਂ, ਤੇ ਜੇ ਦਵਾਈ ਸਹੀ ਹੁੰਦੀ ਸਾਡਾ ਰੋਗ ਹਟੇ। ਜਿੱਦਣ ਅਸੀਂ ਇਹ ਗੱਲ ਮੰਨ ਲਿਆ ਤੇ ਸਹੀ ਦਵਾਈ ਦਾ ਵੀ ਸਾਨੂੰ ਪਤਾ ਲੱਗ ਜਾਵੇਗਾ, ਕੋਈ ਨਾ ਕੋਈ ਤਾਂ ਹੱਲ ਕੱਢਾਂਗੇ। ਸੋ ਗੁਰ ਪੂਰੇ, ਪੂਰੀ ਸੋਝੀ, ਸਾਰੀ ਦਵਾਈ ਸਹੀ ਗਿਆਨ ਆਤਮਕ, ਹਉਮੈ ਨੂੰ ਦੂਰ ਕਰਨ ਵਾਲਾ। ਬਿਨ ਬਿਧ ਨਾ ਬਣਾਈ, ਭਾਵ ਪੂਰੀ ਸੋਝੀ ਬਿਨਾ ਬਿਧ ਨਾ ਬਣਾਈ। ਪੂਰੀ ਸੋਝੀ ਨਾਲ ਹੀ ਵਿਧੀ ਬਣਦੀ ਹੈ। ਜੇ ਵਿਧੀ ਵਿਗੜੀ ਹੋਈ ਹੈ, ਦਵਾਈ ਗਲਤ ਲਈ ਹੋਈ ਹੈ, ਜਦੋਂ ਪੂਰੀ ਸੋਝੀ ਹੋ ਗਈ, ਸਹੀ ਦਵਾਈ ਮਿਲ ਗਈ ਤਾਂ ਖਾ ਲਈ, ਤਾਂ ਸਮਝ ਲਓ ਵਿਧੀ ਬਣ ਗਈ, ਭਾਵ ਗੱਲ ਬਣ ਗਈ, ਤੰਦਰੁਸਤੀ ਹੋ ਗਈ। ਗੁਰ ਪੂਰੈ ਸੰਜਮ ਕਰ ਦੀਆ, ਤੋ ਨਾਨਕ ਫਿਰ ਦੁੱਖ ਨਾ ਥੀਆ। ਹੁਣ ਗੁਰ ਪੂਰੈ ਤੇ ਗੱਗੇ ਨੂੰ ਅੰਕੜਾਰੇ ਨੂੰ ਸਿਹਾਰੀ ਹੈ। ਗੁਰਮਤ ਦੇ ਦੁਆਰਾ, ਗਿਆਨ ਦੇ ਦੁਆਰਾ, ਗਿਆਨ ਦੇ ਰਾਹੀਂ, ਗਿਆਨ ਵਿੱਚੋਂ ਕੀ ਹੁੰਦਾ? ਗਿਆਨ ਕਬੱਦਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਵੇ। ਪੂਰੀ ਸੋਝੀ ਨੇ ਹੁਕਮ ਨੇ ਸੰਜਮ ਕਰ ਦਿਆ, ਭਾਵ ਕੇ ਪ੍ਰਬੰਧ ਕਰ ਦਿੱਤਾ। ਪੂਰੀ ਸੋਝੀ ਹੋਣ ਨਾਲ ਇਹ ਪ੍ਰਬੰਧ ਹੁੰਦਾ ਹੈ, ਸੰਜਮ ਹੋ ਗਿਆ ਕਿ ਹੁਣ ਹਉਮੈ ਦਾ ਰੋਗ ਖਤਮ ਕਰ ਦਿੱਤਾ। ਸੋ ਅੱਗੇ ਤੋਂ ਨਹੀਂ ਹੋਵੇਗਾ। ਜਿੰਨਾ ਚਿਰ ਪੂਰੀ ਸੋਝੀ ਨਾਮ ਵਾ ਹੁਕਮ ਵਿੱਚ ਰਹੇਗਾ, ਉਨਾ ਚਿਰ ਰੋਗ ਨਹੀਂ ਲੱਗੇਗਾ। ਜੇ ਨਾਮ ਤੋਂ ਪਰੇ ਹੋ ਗਿਆ ਤੇ ਰੋਗ ਫਿਰ ਸ਼ੁਰੂ ਹੋ ਜਾਣਾ ਹੈ। ਇਸੇ ਕਰਕੇ ਆਖਿਆ ਨਾ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਹਾਂ, ਜਿੰਨਾ ਚਿਰ ਮਨਾ ਗੁਰਮਤਿ ਦੇ ਪ੍ਰਬੰਧ ਵਿੱਚ, ਭਾਣੇ ਵਿੱਚ ਰਹੇਗਾ ਤਾਂ ਠੀਕ, ਭਾਣੇ ਤੋਂ ਬਾਹਰ ਬਿਮਾਰ। ਹੁਣ ਇਹ ਤੇਰੀ ਮਰਜ਼ੀ ਹੈ ਕਿ ਭਾਣੇ ਵਿੱਚ ਰਹਿਣਾ ਜਾਂ ਭਾਣੇ ਤੋਂ ਬਾਹਰ ਜਾਣਾ ਹੈ। ਪਾਤਸ਼ਾਹ ਕਹਿੰਦੇ ਐ, ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਸੋ ਆਪਣਾ ਭਾਣਾ ਕੀ ਹੈ? ਮਾਇਆ ਦੀ ਇੱਛਾ, ਚਿੰਤਾ ਕਰਨੀ। ਗੁਰ ਕਾ ਭਾਣਾ ਕੀ ਹੈ? ਉਹਦੀ ਰਜ਼ਾ ਵਿੱਚ ਰਹਿਣਾ, ਮਾਇਆ ਦੀ ਇੱਛਾ ਹੀ ਨਹੀਂ ਕਰਨੀ। ਜੋ ਹੈ ਬਸ ਠੀਕ ਹੈ, ਲੋੜ ਪੈਣ ਤੇ ਲੋੜ ਲਈ ਵਰਤਣੀ ਹੈ, ਤਰਸਣਾ ਨਹੀਂ। ਨਾਨਕ ਤੋਂ ਫਿਰ ਦੁੱਖ ਨਾ ਥੀਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਨਾਨਕ ਜੀ ਪੂਰਨ ਬ੍ਰਹਮ ਨੇ, ਤੰਦਰੁਸਤ ਨੇ, ਸਲਾਮਤ ਨੇ, ਪੂਰੀ ਸੋਝੀ ਵਾਲੇ। ਤਾਂ ਉਹ ਆਖਦੇ ਆ, ਤੋ ਫਿਰ, ਤਾਂ ਫਿਰ ਦੁਬਾਰਾ ਦੁੱਖ ਨਾ ਥੀਆ, ਕਿ ਹਉਮੈ ਨੂੰ ਥਾਂ ਨਹੀਂ ਦਿੱਤੀ।
ਜਿੰਨਾ ਚਿਰ ਸਰੀਰ ਵਿੱਚ ਰਹੇ ਸੋ ਤੰਦਰੁਸਤ ਹੋ ਕੇ ਆਪਣੇ ਘਰ ਨੂੰ ਗਏ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਜਨਮ ਮਰਨ ਸੰਸਾਰੀ ਖਤਮ ਕਰ ਦਿੱਤਾ, ਇਹ ਦੁੱਖ ਹੈ। ਇੱਕ ਦੁੱਖ ਕਾਟੋ ਰਾਜਾ ਰਾਮ ਰਾਏ ਮੇਰਾ, ਅਗਨ ਨਾ ਦਹਿ ਨਾ ਗਰਭ ਵਸੇਰਾ। ਸੋ ਹੇ ਮੇਰੇ ਮਨਾ, ਫਿਰ ਦੁਬਾਰਾ ਦੁੱਖ ਤੇਰੇ ਹਿਰਦੇ ਵਿੱਚ ਨਹੀਂ ਆਵੇਗਾ ਜੇ ਤੂੰ ਸਦਾ ਨਾਮ ਰੂਪੀ ਔਖਦ ਦਵਾਈ ਵਰਤਦਾ ਰਹੇਗਾ। ਜਿੰਨਾ ਚਿਰ ਤੇਰੇ ਕੋਲ ਬਦੇਹੀ ਹੈ, ਕਿਉਂਕਿ ਮਾਇਆ ਬ੍ਰਹਮ ਰਵੈ ਸਦ ਸੰਗ, ਨਾਮ ਤੇ ਹਉਮੈ ਇਕੱਠੇ ਹੀ ਰਹਿੰਦੇ। ਬਸ ਗੱਲ ਪ੍ਰਭਾਵ ਦੀ ਹੈ, ਜਿਸ ਦਾ ਜ਼ਿਆਦਾ ਪ੍ਰਭਾਵ ਹੈ, ਕਿਸ ਦਾ ਘੱਟ ਹੈ। ਗੁਰਮੁਖ ਦੇ ਹਿਰਦੇ ਦੇ ਅੰਦਰ ਨਾਮ ਦਾ ਪ੍ਰਭਾਵ ਜ਼ਿਆਦਾ ਹੁੰਦਾ, ਮਾਇਆ ਦਾ ਨਹੀਂ ਹੁੰਦਾ। ਮਨਮੁਖਾਂ ਦੇ ਅੰਦਰ ਮਾਇਆ ਦਾ ਪ੍ਰਭਾਵ ਜ਼ਿਆਦਾ ਹੁੰਦਾ, ਨਾਮ ਦਾ ਨਹੀਂ ਹੁੰਦਾ। ਇਸੇ ਕਰਕੇ ਆਖਿਆ ਕਿ ਹਉਮੈ ਨੂੰ ਸਮਝਣਾ ਵੀ ਕੋਈ ਸੌਖੀ ਗੱਲ ਨਹੀਂ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਏ। ਇਕੱਠੇ ਹੀ ਨੇ, ਇਹ ਨਹੀਂ ਕਿ ਦਾਰੂ ਕੋਈ ਹੋਰ ਹੈ, ਹਉਮੈ ਕੋਈ ਹੋਰ ਹੈ। ਨਾਮ ਦੇ ਅੰਦਰ ਹੀ ਪਤਾ ਲੱਗ ਜਾਂਦਾ ਕਿ ਅਸਲੀਅਤ ਕੀ ਹੈ। ਸੋ ਹੇ ਮੇਰੇ ਮਨਾ, ਤੇਰੇ ਕੋਲ ਸਮਾਂ ਗੁਰਬਾਣੀ ਹੈ, ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰ। ਜਿਵੇਂ ਗੁਰਬਾਣੀ ਆਖਦੀ ਹੈ ਉਸ ਤੇ ਭਰੋਸਾ ਕਰ। ਉਹ ਦਵਾਈ ਤੈਨੂੰ ਲਿਖ ਕੇ ਦਿੱਤੀ ਹੋਈ ਹੈ, ਸਟੋਰ ਤੇ ਜਾ। ਸਟੋਰ ਹੈ ਤੇਰਾ ਆਪਣਾ ਹਿਰਦਾ, ਆਪਣੇ ਅੰਦਰ ਵਿਚਾਰ ਉਸ ਗੱਲ ਨੂੰ। ਜਿਵੇਂ ਜਿਵੇਂ ਸਹੀ ਵਿਚਾਰ ਕਰੀ ਚੱਲੇਗਾ, ਸਹੀ ਸੋਝੀ ਆਵੇਗੀ, ਤਿਵੇਂ ਤਿਵੇਂ ਤੰਦਰੁਸਤ ਹੁੰਦਾ ਚਲੇ ਜਾਵੇਗਾ। ਰੰਗ ਲਾਗਤ 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 ਹੈ, ਜਮ ਭਾਗਤ 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 ਹੈ। ਸੋ ਇੱਥੋਂ ਤੱਕ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ। ਅਗਾਂਹ ਨੂੰ ਜੇ ਸੱਚੇ ਪਾਤਸ਼ਾਹ ਨੇ ਚਾਹਿਆ ਫਿਰ ਹੋਰ ਕਿਸੇ ਸ਼ਬਦ ਦੀ ਵਿਚਾਰ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।